ਹੈਲੋ ਸਟੂਡੈਂਟਸ, ਅੱਜ ਅਸੀਂ ਸ਼ੁਰੂ ਕਰਨ ਲੱਗੇ ਹਾਂ ਇੱਕ ਨਵਾਂ ਟੌਪਿਕ ਅਹਿਮਦ ਸ਼ਾਹ ਅਬਦਾਲੀ। ਤਾਂ ਅਹਿਮਦ ਸ਼ਾਹ ਅਬਦਾਲੀ ਬਾਰੇ ਦੇਖਦੇ ਹਾਂ ਤਾਂ ਇਸਦਾ ਅਸਲੀ ਨਾਮ ਅਹਿਮਦ ਸ਼ਾਹ ਦੁਰਾਨੀ ਜਾਂ ਅਮੀਰ ਅਹਿਮਦ ਸ਼ਾਹ ਦੁਰਾਨੀ ਵੀ ਕਹਿ ਦਿੰਦੇ ਆ। ਤਾਂ ਜਿਸ ਨੂੰ ਦੁਰਾਨੀ ਸਾਮਰਾਜ ਦੀ ਸਥਾਪਨਾ ਕੀਤੀ ਸੀ। ਤਾਂ ਬਹੁਤ ਸਾਰੇ ਲੋਕਾਂ ਦੁਆਰਾ ਜਿਹੜਾ ਆਧੁਨਿਕ ਅਫਗਾਨਿਸਤਾਨ ਦੇ ਰਾਜ ਦਾ ਸੰਸਥਾਪਕ ਜਿਹੜਾ ਅਹਿਮਦ ਸ਼ਾਹ ਅਬਦਾਲੀ ਨੂੰ ਹੀ ਮੰਨਿਆ ਜਾਂਦਾ ਹੈ। ਤਾਂ ਅਹਿਮਦ ਸ਼ਾਹ ਅਬਦਾਲੀ ਦੇ ਜੀਵਨ ਕਾਲ ਬਾਰੇ, ਸ਼ਾਸਨ ਕਾਲ ਰਿਹਾ ਜਿਹੜਾ ਅਹਿਮਦ ਸ਼ਾਹ ਅਬਦਾਲੀ ਦਾ 1747 ਤੋਂ ਲੈ ਕੇ 1772 ਈਸਵੀ ਤੱਕ। 1747 ਤੋਂ 72, 1747 ਤੋਂ ਲੈ ਕੇ 1767 20 ਸਾਲ ਦੇ ਵਿੱਚ ਲਗਭਗ ਜਿਹੜੇ 8 ਹਮਲੇ ਹੈ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ 'ਤੇ ਕੀਤੇ ਹੈ। ਅਤੇ ਇਹਨਾਂ ਹਮਲਿਆਂ ਦੇ ਵਿੱਚੋਂ ਅੱਜ ਅਸੀਂ ਪਹਿਲੇ 4 ਹਮਲਿਆਂ ਬਾਰੇ ਪੜ੍ਹਾਂਗੇ। ਤਾਂ ਅਹਿਮਦ ਸ਼ਾਹ ਅਬਦਾਲੀ ਦੀ ਜਿਹੜੀ ਤਾਜਪੋਸ਼ੀ ਹੈ ਅਕਤੂਬਰ 1747 ਈਸਵੀ ਦੇ ਵਿੱਚ ਹੋਈ ਸੀ। ਤਾਂ ਪੂਰਵ ਅਧਿਕਾਰੀ ਦਾ ਨਾਮ ਸੀਗਾ ਹੁਸੈਨ ਹੋਟਕੀ। ਤਾਂ ਵਾਰਿਸ ਕਿਸ ਦਾ ਸੀ ਅਹਿਮਦ ਸ਼ਾਹ ਅਬਦਾਲੀ? ਤੈਮੂਰ ਸ਼ਾਹ ਦੁਰਾਨੀ ਦਾ। ਤੈਮੂਰ ਸ਼ਾਹ ਦੁਰਾਨੀ। ਜੀਵਨ ਸਾਥੀ ਪਤਨੀ ਦਾ ਨਾਮ ਹਜ਼ਰਤ ਬੇਗਮ। ਅਹਿਮਦ ਸ਼ਾਹ ਅਬਦਾਲੀ ਦੀ ਜੀਵਨ ਸਾਥੀ ਸੀ ਜਿਹੜਾ ਹਜ਼ਰਤ ਬੇਗਮ। ਪਿਤਾ ਦਾ ਨਾਮ ਮੁਹੰਮਦ ਜਮਨ ਖਾਨ ਅਬਦਾਲੀ। ਮੁਹੰਮਦ ਜਮਨ ਖਾਨ ਅਬਦਾਲੀ। ਅਤੇ ਮਾਤਾ ਜਰਕੁਨਾ ਅਲਕੋਜ਼ਾਈ। ਜਰਕੁਨਾ ਅਲਕੋਜ਼ਾਈ। ਜਨਮ ਹੋਇਆ 1722 ਈਸਵੀ ਦੇ ਵਿੱਚ ਹੈਰਾਤ ਅਫਗਾਨਿਸਤਾਨ ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਦੀ ਮੌਤ 16 ਅਕਤੂਬਰ 1772, ਲਗਭਗ ਉਮਰ ਸੀ ਇਸ ਦੀ 49-50 ਸਾਲ ਦੀ ਉਸ ਸਮੇਂ, ਤਾਂ ਕੰਧਾਰ ਦੇ ਵਿੱਚ ਹੋਈ। ਕਿੱਥੇ ਹੋਈ ਮੌਤ? ਕੰਧਾਰ ਦੇ ਵਿੱਚ 16 ਅਕਤੂਬਰ 1772 ਨੂੰ। ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਕੰਧਾਰ ਅਫਗਾਨਿਸਤਾਨ ਦੇ ਵਿੱਚ ਹੀ ਦਫਨ ਕੀਤਾ ਗਿਆ, ਦਫਨਾਇਆ ਗਿਆ। ਤਾਂ ਜਦੋਂ ਪਹਿਲਾਂ ਨਾਦਰ ਸ਼ਾਹ ਸੀਗਾ ਅਫਗਾਨਿਸਤਾਨ ਦਾ ਬਾਦਸ਼ਾਹ, ਤਾਂ ਉਸਨੇ 1731 ਦੇ ਵਿੱਚ ਹਮਲਾ ਕੀਤਾ ਸੀ। ਇਸਦੇ ਪਿਤਾ ਮੁਹੰਮਦ ਜਮਾਨ ਖਾਨ ਅਬਦਾਲੀ ਹਾਰ ਗਏ ਸੀਗੇ, ਤਾਂ ਉਸਨੇ ਬੰਦੀ ਬਣਾ ਲਏ ਸੀਗੇ। ਉਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵੀ ਸੀਗਾ। ਤਾਂ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਤੈਮੂਰ ਸ਼ਾਹ ਦਾ ਨਾਦਰ ਸ਼ਾਹ ਦਾ ਸੈਨਾਪਤੀ ਬਣ ਗਿਆ ਸੀ। ਤਾਂ ਫਿਰ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਿਹੜਾ ਅਫਗਾਨਿਸਤਾਨ ਦਾ ਬਾਦਸ਼ਾਹ ਬਣਦਾ। ਤਾਂ ਫਿਰ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਉਹ ਭਾਰਤ ਦੇ ਉੱਪਰ ਹਮਲੇ ਕਰਦਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ ਇੱਕ ਗਰੀਬ ਘਰਾਣੇ ਦੇ ਵਿੱਚੋਂ, ਸਧਾਰਨ ਪਰਿਵਾਰ ਦੇ ਵਿੱਚੋਂ ਸੀਗਾ। ਤਾਂ ਕਈ ਸਰਦਾਰ ਉਹਦੇ ਵਿਰੁੱਧ ਹੋ ਗਏ ਸੀ। ਉਸ ਨੂੰ ਜਿਹੜਾ ਬਾਦਸ਼ਾਹ ਨਹੀਂ ਮੰਨਦੇ ਸੀ। ਤਾਂ ਇਸ ਕਰਕੇ ਉਸਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਅਹਿਮਦ ਸ਼ਾਹ ਅਬਦਾਲੀ ਨੇ 1747 ਤੋਂ ਲੈ ਕੇ 1767 ਈਸਵੀ ਤੱਕ 8 ਹਮਲੇ ਕੀਤੇ ਭਾਰਤ 'ਤੇ। ਤਾਂ ਪਹਿਲੇ 4 ਹਮਲਿਆਂ ਦੇ ਵਿੱਚ ਉਸਨੇ ਆਪਣੀ ਸਥਿਤੀ ਪੂਰੀ ਤਰ੍ਹਾਂ ਮਜ਼ਬੂਤ ਕਰ ਲਈ ਸੀ, ਭਾਰਤ ਨੂੰ ਆਪਣੇ ਅਧੀਨ ਕਰ ਲਿਆ ਸੀ। ਤਾਂ ਹੁਣ ਅਸੀਂ ਪੜ੍ਹਾਂਗੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਅਤੇ ਉਦੇਸ਼। ਹਮਲਿਆਂ ਦੇ ਕਿਹੜੇ ਕਾਰਨ ਰਹੇ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਅਸੀਂ ਪਹਿਲਾ ਕਾਰਨ ਅਹਿਮਦ ਸ਼ਾਹ ਅਬਦਾਲੀ ਦੇ ਉੱਚੇ ਮਨਸੂਬੇ। ਅਹਿਮਦ ਸ਼ਾਹ ਅਬਦਾਲੀ ਜਿਹੜਾ ਸ਼ਾਸਕ ਸੀਗਾ ਬਹੁਤ ਉੱਚੇ ਸੋਚ ਵਾਲਾ ਅਤੇ ਉੱਚੇ ਮਨਸੂਬਿਆਂ ਵਾਲਾ ਆਦਮੀ ਸੀ। ਤਾਂ ਭਾਰਤ ਦੇ ਜਿਹੜਾ ਸਰਹੱਦੀ ਪ੍ਰਾਂਤ, ਜਿਸ ਨੂੰ ਪੰਜਾਬ ਕਹਿੰਦੇ ਆਪਾਂ,
ਤਾਂ ਪੰਜਾਬ 'ਤੇ ਅਧਿਕਾਰ ਕਰਕੇ ਆਪਣੇ ਸਾਮਰਾਜ ਦਾ ਵਿਸਥਾਰ ਕਰਨਾ ਚਾਹੁੰਦਾ ਸੀ। ਤਾਂ ਉਹਦੀ ਇਹੀ ਇੱਛਾ ਪੰਜਾਬ 'ਤੇ ਹਮਲਿਆਂ ਦਾ ਜਿਹੜਾ ਕਾਰਨ ਬਣੀ ਪਹਿਲੀ। ਤਾਂ ਸੈਕਿੰਡ, ਭਾਰਤ ਦੀ ਅਥਾਹ ਧਨ ਦੌਲਤ। ਜਿਹੜਾ ਵੀ ਕੋਈ ਜ਼ਿਆਦਾਤਰ ਹਮਲੇ ਹੋਏ ਆ ਭਾਰਤ ਦੇ ਉੱਪਰ, ਉਸ ਦੀ ਧਨ ਦੌਲਤ ਨੂੰ ਲੈ ਕੇ ਹੀ ਹੋਏ ਨੇ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਵੀ ਭਾਰਤ ਦੀ ਧਨ ਦੌਲਤ ਪ੍ਰਾਪਤ ਕਰਨਾ ਚਾਹੁੰਦਾ ਸੀਗਾ, ਕਿਉਂਕਿ ਉਸਨੇ ਆਪਣੀ ਸਥਿਤੀ ਮਜ਼ਬੂਤ ਕਰਨੀ ਸੀ ਅਫਗਾਨਿਸਤਾਨ ਦੇ ਵਿੱਚ। ਆਪ ਉਹ ਗਰੀਬ ਘਰਾਣੇ ਨਾਲ ਸੰਬੰਧ ਰੱਖਦਾ ਸੀ, ਸਧਾਰਨ ਪਰਿਵਾਰ ਦੇ ਵਿੱਚੋਂ ਸੀਗਾ। ਤਾਂ ਭਾਰਤ ਉਸ ਸਮੇਂ ਸੰਸਾਰ ਦੇ ਵਿੱਚ ਆਪਣੀ ਧਨ ਦੌਲਤ ਕਰਕੇ ਬਹੁਤ ਜ਼ਿਆਦਾ ਪ੍ਰਸਿੱਧ ਸੀਗਾ। ਇਸੇ ਧਨ ਦੌਲਤ ਕਰਕੇ, ਆਰਥਿਕ ਖੁਸ਼ਹਾਲੀ ਕਰਕੇ ਸਦੀਆਂ ਤੋਂ ਭਾਰਤ ਦੇ ਉੱਪਰ ਹਮਲੇ ਹੁੰਦੇ ਰਹੇ। ਆਰੀਆਂ ਨੇ ਕੀਤੇ, ਯੂਨਾਨੀਆਂ ਨੇ ਕੀਤੇ, ਇਰਾਨੀਆਂ ਨੇ, ਸਿੱਕਾਂ ਨੇ, ਹੂਣ, ਕੁਸ਼ਾਣ, ਮੰਗੋਲ, ਸਭ ਦੇ ਲਈ ਭਾਰਤ ਜਿਹੜਾ ਉਹ ਖਿੱਚ ਦਾ ਕੇਂਦਰ ਬਣਿਆ ਰਿਹਾ। ਅਤੇ ਇਸ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਵੀ ਆਪਣੇ ਜਿਹੜੇ 8 ਹਮਲੇ ਆ ਉਹ ਭਾਰਤ ਦੀ ਧਨ ਦੌਲਤ ਨੂੰ ਲੈ ਕੇ ਹੀ ਕੀਤੇ। ਥਰਡ ਹੈ ਅਫਗਾਨਿਸਤਾਨ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨਾ। ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕੀਤੀ ਹੈ, ਤਾਂ ਅਬਦਾਲੀ ਇੱਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਨਾਦਰ ਸ਼ਾਹ ਦਾ ਸੈਨਾਪਤੀ ਸੀਗਾ। ਤਾਂ ਜਦੋਂ 1747 ਦੇ ਵਿੱਚ ਨਾਦਰ ਸ਼ਾਹ ਦੀ ਹੱਤਿਆ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਬਾਦਸ਼ਾਹ ਬਣਦਾ। ਤਾਂ ਸਰਦਾਰ ਜਿਹੜੇ ਲੋਕ ਆ ਉਸ ਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹ ਸਧਾਰਨ ਪਰਿਵਾਰ ਦੇ ਨਾਲ ਸੰਬੰਧਿਤ ਹੁੰਦਾ। ਤਾਂ ਇਸ ਕਰਕੇ ਅਹਿਮਦ ਸ਼ਾਹ ਅਬਦਾਲੀ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਚਾਹੁੰਦਾ, ਕਿਉਂਕਿ ਜੋ ਭਾਰਤ ਦੇ ਉੱਪਰ ਜਿੱਤ ਪ੍ਰਾਪਤ ਕਰਦਾ ਤਾਂ ਉਸ ਦੀ ਵਫਾਦਾਰੀ ਲੋਕਾਂ ਦੇ ਵਿੱਚ ਵੱਧ ਜਾਣੀ ਸੀ। ਅਤੇ ਇਸ ਕਰਕੇ ਉਸਨੇ ਭਾਰਤ 'ਤੇ ਹਮਲੇ ਕੀਤੇ। ਫੋਰਥ ਪੁਆਇੰਟ ਹੈ ਜੀ, ਭਾਰਤ ਦੀ ਅਨੁਕੂਲ ਰਾਜਨੀਤਿਕ ਦਸ਼ਾ। ਉਸ ਸਮੇਂ ਜਿਹੜਾ ਭਾਰਤ ਦੇ ਵਿੱਚ ਰਾਜਨੀਤਿਕ ਤੌਰ 'ਤੇ ਮੁਹੰਮਦ ਸ਼ਾਹ ਰੰਗੀਲਾ ਦਾ ਰਾਜ ਚੱਲਦਾ ਸੀ। 1719 ਤੋਂ ਲੈ ਕੇ 1748 ਈਸਵੀ ਤੱਕ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਰਿਹਾ ਦਿੱਲੀ ਦਾ। ਤਾਂ ਉਹ ਇੱਕ ਬੜਾ ਲਾਪਰਵਾਹ ਬਾਦਸ਼ਾਹ ਸੀ, ਅਯੋਗ ਸ਼ਾਸਕ ਕਿਹਾ ਜਾ ਸਕਦਾ ਉਸਨੂੰ। ਤਾਂ ਉਹ ਹਮੇਸ਼ਾ ਹੀ ਰੰਗ ਰਲੀਆਂ ਦੇ ਵਿੱਚ ਡੁੱਬਿਆ ਰਹਿੰਦਾ ਸੀ। ਤਾਂ ਕਰਕੇ ਵੀ ਉਸਦਾ ਨਾਮ ਸੀ ਜਿਹੜਾ ਰੰਗੀਲਾ, ਮੁਹੰਮਦ ਸ਼ਾਹ ਰੰਗੀਲਾ ਪੈ ਗਿਆ ਸੀ। ਉਸ ਨੂੰ ਆਪਣੀ ਜਨਤਾ ਦੀ ਕੋਈ ਪਰਵਾਹ ਨਹੀਂ ਸੀ। ਅਤੇ ਇਹ ਅਹਿਮਦ ਸ਼ਾਹ ਅਬਦਾਲੀ ਵਾਸਤੇ ਬਹੁਤ ਵਧੀਆ ਸਮਾਂ ਸੀਗਾ। ਪੰਜਾਬ ਦੇ ਮੁਗਲ ਗਵਰਨਰ ਸੀ ਜਿਹੜੇ, ਉਹਨਾਂ ਨੇ ਵੀ ਮੁਹੰਮਦ ਸ਼ਾਹ ਰੰਗੀਲਾ ਦੇ ਵਿਰੁੱਧ ਵਿਦਰੋਹ ਕਰ ਦਿੱਤੇ ਸੀਗੇ। ਅਤੇ ਇਸੇ ਚੀਜ਼ ਦਾ ਫਾਇਦਾ ਉਠਾ ਕੇ ਅਹਿਮਦ ਸ਼ਾਹ ਅਬਦਾਲੀ ਆਪਣੀ ਜਿਹੜੀ ਸਥਿਤੀ ਮਜ਼ਬੂਤ ਕਰਨਾ ਚਾਹੁੰਦਾ ਸੀ ਅਤੇ ਭਾਰਤ 'ਤੇ ਹਮਲੇ ਕੀਤੇ। ਫਿਫਥ ਪੁਆਇੰਟ ਹੈ ਜੀ, ਅਬਦਾਲੀ ਦਾ ਭਾਰਤ ਵਿੱਚ ਪੁਰਾਣਾ ਤਜਰਬਾ। ਇਸ ਤੋਂ ਪਹਿਲਾਂ ਵੀ ਅਹਿਮਦ ਸ਼ਾਹ ਅਬਦਾਲੀ ਜਿਹੜਾ ਭਾਰਤ ਦੇ ਵਿੱਚ ਹਮਲੇ ਦੇ ਤੌਰ 'ਤੇ ਇੱਕ ਸੈਨਾਪਤੀ ਦੇ ਰੂਪ ਦੇ ਵਿੱਚ ਨਾਦਰ ਸ਼ਾਹ ਦੇ ਨਾਲ 1739 ਦੇ ਵਿੱਚ ਆਇਆ ਸੀ। ਉਸ ਸਮੇਂ ਉਸਨੇ ਬਹੁਤ ਸਾਰੀ ਜਿਹੜੀ ਜਾਣਕਾਰੀ ਸੀ ਭਾਰਤ ਦੇ ਬਾਰੇ, ਉੱਥੋਂ ਦਾ ਭੂਗੋਲ, ਜਲਵਾਯੂ, ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਸੀ ਅਬਦਾਲੀ ਨੂੰ ਪਹਿਲਾਂ ਤੋਂ ਹੀ। ਇਸ ਕਰਕੇ ਉਸ ਨੇ ਭਾਰਤ ਦੇ ਉੱਪਰ ਹਮਲਾ ਕੀਤਾ। ਤਾਂ ਲਾਸਟ ਪੁਆਇੰਟ ਹੈ ਜੀ, ਸ਼ਾਹ ਨਵਾਜ਼ ਖਾਂ ਦਾ ਸੱਦਾ ਆਇਆ। ਤਤਕਾਲੀ ਕਾਰਨ ਵੀ ਕਹਿ ਸਕਦਾ, ਜਿਹੜਾ ਮੇਨ ਕਾਰਨ ਬਣਿਆ ਸ਼ਾਹ ਨਵਾਜ਼ ਖਾਂ ਦਾ ਸੱਦਾ। ਤਾਂ ਸ਼ਾਹ ਨਵਾਜ਼ ਖਾਂ ਅਤੇ ਯਹੀਆ ਖਾਂ ਦੋਵੇਂ ਜਿਹੜੇ ਜ਼ਕਰੀਆ ਖਾਨ ਦੇ ਪੁੱਤਰ ਹੁੰਦੇ ਆ। ਤਾਂ ਇਹਨਾਂ ਦੇ ਵਿਚਕਾਰ ਘਰੇਲੂ ਯੁੱਧ ਜਿਹੜਾ ਸ਼ੁਰੂ ਹੋ ਜਾਂਦਾ। ਪਹਿਲਾਂ ਯਹੀਆ ਖਾਨ ਜਿਹੜਾ ਉਹ ਜਿੱਤ ਜਾਂਦਾ, ਤਾਂ ਮੁਗਲਾਂ ਦਾ ਜਿਹੜਾ ਬਾਦਸ਼ਾਹ ਪੰਜਾਬ ਦਾ ਸੂਬੇਦਾਰ ਉਹ ਬਣ ਜਾਂਦਾ। ਤਾਂ ਉਸ ਤੋਂ ਬਾਅਦ ਫਿਰ 1746-47 ਦੇ ਵਿੱਚ ਘਰੇਲੂ ਯੁੱਧ ਜਿਹੜਾ ਸ਼ੁਰੂ ਹੋ ਜਾਂਦਾ। ਤਾਂ ਉਹਦੇ ਵਿੱਚ ਸ਼ਾਹ ਨਵਾਜ਼ ਖਾਨ ਜਿੱਤ ਜਾਂਦਾ। ਤਾਂ ਉਹ ਲਾਹੌਰ ਦਾ ਸੂਬੇਦਾਰ ਬਣ ਜਾਂਦਾ। ਇਹ ਜਿਹੜਾ ਘਰੇਲੂ ਯੁੱਧ ਇਹਨਾਂ ਦੇ ਵਿੱਚ ਲਗਭਗ 5 ਮਹੀਨਿਆਂ ਤੱਕ ਚੱਲਿਆ ਸੀ।
ਮਾਰਚ 1747 ਦੇ ਵਿੱਚ ਜਦੋਂ ਸ਼ਾਹ ਨਵਾਜ਼ ਖਾਂ ਸੂਬੇਦਾਰ ਬਣਦਾ, ਪਰ ਉੱਧਰ ਦਿੱਲੀ ਦਾ ਵਜ਼ੀਰ ਕਮਰੁਦੀਨ ਹੁੰਦਾ, ਉਹ ਯਹੀਆ ਖਾਂ ਦਾ ਸਹੁਰਾ ਹੁੰਦਾ, ਤਾਂ ਉਹ ਸ਼ਾਹ ਨਵਾਜ਼ ਖਾਂ ਦੇ ਵਿਰੋਧ ਦੇ ਵਿੱਚ ਹੁੰਦਾ, ਅਤੇ ਇਸ ਕਰਕੇ ਸ਼ਾਹ ਨਵਾਜ਼ ਖਾਂ ਫਿਰ ਅਹਿਮਦ ਸ਼ਾਹ ਅਬਦਾਲੀ ਵੱਲ ਰੁਖ ਕਰਦਾ ਆਪਦਾ, ਤਾਂ ਅਹਿਮਦ ਸ਼ਾਹ ਅਬਦਾਲੀ ਨੂੰ ਸੱਦਾ ਦਿੰਦਾ ਭਾਰਤ 'ਤੇ ਹਮਲਾ ਕਰਨ ਲਈ। ਉਹ ਕਹਿੰਦਾ ਵੀ ਜੇਕਰ ਉਹ ਭਾਰਤ 'ਤੇ ਹਮਲਾ ਕਰੇ ਤਾਂ ਉਹਦੇ ਵਿੱਚ ਸ਼ਾਹ ਨਵਾਜ਼ ਖਾਂ ਉਸ ਨੂੰ ਦਿੱਲੀ ਜਿੱਤਣ ਦੇ ਵਿੱਚ ਸਹਿਯੋਗ ਦੇਵੇਗਾ, ਤਾਂ ਜੇਕਰ ਉਹ ਉਸ ਨੂੰ ਲਾਹੌਰ ਦਾ ਗਵਰਨਰ ਅਤੇ ਦਿੱਲੀ ਦਾ ਵਜ਼ੀਰ ਬਣਾ ਦੇਵੇ ਤਾਂ ਅਹਿਮਦ ਸ਼ਾਹ ਅਬਦਾਲੀ ਉਹਦੀ ਚਿੱਠੀ ਪ੍ਰਾਪਤ ਕਰਕੇ ਹਮਲਾ ਜਿਹੜਾ ਸ਼ੁਰੂ ਕਰਦਾ, ਤਾਂ ਤਤਕਾਲੀ ਕਾਰਨ ਬਣਿਆ ਭਾਰਤ ਦੇ ਉੱਤੇ ਹਮਲਿਆਂ ਦਾ ਸ਼ਾਹ ਨਵਾਜ਼ ਖਾਂ ਦਾ ਸੱਦਾ। ਤਾਂ ਹੁਣ ਦੇਖਦੇ ਅਸੀਂ ਅਹਿਮਦ ਸ਼ਾਹ ਅਬਦਾਲੀ ਦੇ ਪਹਿਲੇ 4 ਹਮਲੇ। ਅਸੀਂ ਅੱਜ ਪਹਿਲੇ 4 ਹਮਲਿਆਂ ਬਾਰੇ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਦਾ ਪਹਿਲਾ ਹਮਲਾ, ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਵੀ ਸ਼ਾਹ ਨਵਾਜ਼ ਖਾਨ ਲਾਹੌਰ ਦਾ ਸੂਬੇਦਾਰ ਹੁੰਦਾ, ਤਾਂ ਉਸਦੀ ਵਜ਼ੀਰ ਕਮਰੁਦੀਨ ਦੇ ਨਾਲ ਨਹੀਂ ਬਣਦੀ ਹੁੰਦੀ, ਅਤੇ ਇਸ ਕਰਕੇ ਉਹ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਸੱਦਾ ਦਿੰਦਾ। ਤਾਂ 10 ਜਨਵਰੀ 1748 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ 'ਤੇ ਹਮਲਾ ਕੀਤਾ। ਪਰ ਇਸ ਤੋਂ ਪਹਿਲਾਂ ਕੀ ਹੁੰਦਾ, ਵਜ਼ੀਰ ਕਮਰੁਦੀਨ ਅਤੇ ਅਹਿਮਦ ਸ਼ਾਹ ਨਵਾਜ਼ ਖਾਨ ਦੇ ਵਿਚਕਾਰ ਸਮਝੌਤਾ ਹੋ ਜਾਂਦਾ। ਤਾਂ ਜਦੋਂ ਉਸ ਸਮੇਂ ਨੂੰ ਦੇਰ ਹੋ ਚੁੱਕੀ ਹੁੰਦੀ ਆ, ਤਾਂ ਅਬਦਾਲੀ ਆਪਣਾ ਜਿਹੜਾ ਹਮਲਾ ਉਹ ਸ਼ੁਰੂ ਕਰ ਦਿੰਦਾ, ਤਾਂ ਸ਼ਾਹ ਨਵਾਜ਼ ਖਾਨ ਫਿਰ ਉਹ ਲਾਹੌਰ ਛੱਡ ਕੇ ਜਿਹੜਾ ਉਹ ਭੱਜ ਜਾਂਦਾ ਦਿੱਲੀ ਦੀ ਤਰਫ। ਤਾਂ ਅਹਿਮਦ ਸ਼ਾਹ ਅਬਦਾਲੀ ਬੜੀ ਆਸਾਨੀ ਦੇ ਨਾਲ ਕਬਜ਼ਾ ਕਰ ਲੈਂਦਾ ਲਾਹੌਰ ਦੇ ਉੱਪਰ। ਤਾਂ ਫਿਰ ਇੱਕ ਲੜਾਈ ਹੁੰਦੀ ਹੈ ਮਾਨੂਪੁਰ ਦੀ ਲੜਾਈ, 11 ਮਾਰਚ 1748 ਨੂੰ, ਪਹਿਲੇ ਹਮਲੇ ਦੇ ਸੀ। ਤਾਂ ਅਹਿਮਦ ਸ਼ਾਹ ਅਬਦਾਲੀ ਆਪਣੀ 12,000 ਸੈਨਿਕਾਂ ਸਮੇਤ ਫਿਰ ਲਾਹੌਰ ਤੋਂ ਦਿੱਲੀ ਵੱਲ ਕੂਚ ਕਰਦਾ। ਤਾਂ ਉੱਧਰ ਦਿੱਲੀ ਦਾ ਵਜ਼ੀਰ ਕਮਰੁਦੀਨ ਵੀ ਆਪਣੇ 2 ਲੱਖ ਸੈਨਿਕਾਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਅੱਗੇ ਆਉਂਦਾ, ਅਤੇ ਇਸ ਦੇ ਵਿੱਚ ਜ਼ਿਆਦਾਤਰ ਜਿਹੜੀ ਕਮਰੁਦੀਨ ਦੇ ਕੋਲ 2 ਲੱਖ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋਈ ਸੀ, ਜਿਹੜਾ ਕਿ ਹਮਲੇ ਦੇ ਉਦੇਸ਼ ਦੇ ਨਾਲ ਜਾਂ ਜਿੱਤ ਦੇ ਉਦੇਸ਼ ਦੇ ਨਾਲ ਨਹੀਂ ਸੀ। ਸਿਰਫ ਸੈਨਿਕਾਂ ਦੀ ਗਿਣਤੀ ਸੀ ਜਿਹੜੀ ਉਹ 60 ਤੋਂ 70 ਹਜ਼ਾਰ ਸੀ। ਅਹਿਮਦ ਸ਼ਾਹ ਅਬਦਾਲੀ ਸਰਹੰਦ 'ਤੇ ਕਬਜ਼ਾ ਕਰ ਲੈਂਦਾ, ਤਾਂ ਉੱਧਰੋਂ ਕਮਰੁਦੀਨ ਵੀ ਸਰਹੰਦ ਦੇ ਕੋਲ ਪਹੁੰਚ ਜਾਂਦਾ। ਤਾਂ ਸਰਹੰਦ ਤੋਂ 20 ਮੀਲ ਦੂਰ ਮਾਨੂਪੁਰ ਦੇ ਸਥਾਨ 'ਤੇ ਲੜਾਈ ਹੁੰਦੀ ਹੈ। ਉਸ ਤੋਂ ਪਹਿਲਾਂ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਵਜ਼ੀਰ ਕਮਰੁਦੀਨ ਹੁੰਦਾ, ਉਹ ਅਹਿਮਦ ਸ਼ਾਹ ਅਬਦਾਲੀ ਦੇ ਗੋਲਾਬਾਰੀ ਦੇ ਨਾਲ ਜ਼ਖਮੀ ਹੋ ਜਾਂਦਾ ਅਤੇ ਮਰ ਜਾਂਦਾ। ਤਾਂ ਫਿਰ ਇਸ ਲੜਾਈ ਦੇ ਵਿੱਚ ਟਰਨਿੰਗ ਪੁਆਇੰਟ ਆਉਂਦਾ, ਤਾਂ ਵਜ਼ੀਰ ਕਮਰੁਦੀਨ ਦੇ ਸਥਾਨ 'ਤੇ ਉਸਦਾ ਪੁੱਤਰ ਮੁਆਇਨ ਉਲ ਮੁਲਕ, ਜਿਹੜਾ ਕਿ ਮੀਰ ਮੰਨੂ ਦੇ ਨਾਂ ਨਾਲ ਪ੍ਰਸਿੱਧ ਹੁੰਦਾ, ਤਾਂ ਉਹ ਲੜਾਈ ਜਿਹੜਾ ਸਾਂਭਦਾ, ਕਮਾਨ ਜਿਹੜੀ ਉਹ ਸਾਂਭਦਾ। ਤਾਂ ਇਸ ਲੜਾਈ ਦੇ ਵਿੱਚ 11 ਮਾਰਚ 1748 ਈਸਵੀ ਨੂੰ ਮਾਨੂਪੁਰ ਦੇ ਸਥਾਨ 'ਤੇ ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਨੂੰ ਹਰਾ ਦਿੰਦਾ। ਅਹਿਮਦ ਸ਼ਾਹ ਅਬਦਾਲੀ ਰਾਤ ਦੇ ਹਨੇਰੇ ਦੇ ਵਿੱਚ ਆਪਣੇ ਸੈਨਿਕਾਂ ਸਮੇਤ ਬਚ ਕੇ ਨਿਕਲਣ ਦੇ ਵਿੱਚ ਸਫਲ ਹੋ ਜਾਂਦਾ, ਅਤੇ ਮੁਹੰਮਦ ਸ਼ਾਹ ਰੰਗੀਲਾ ਮੀਰ ਮੰਨੂ ਦੀ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਜਿਹੜਾ ਕਿ ਲਾਹੌਰ ਦਾ ਗਵਰਨਰ ਨਿਯੁਕਤ ਕਰ ਦਿੰਦਾ। ਅਤੇ ਵਜ਼ੀਰ ਕਮਰੁਦੀਨ ਜਿਹੜਾ ਵਜ਼ੀਰ ਹੁੰਦਾ ਦਿੱਲੀ ਦਾ, ਉਸਦੀ ਹੱਤਿਆ ਹੋ ਜਾਂਦੀ ਆ, ਮਾਰਿਆ ਜਾਂਦਾ। ਤਾਂ ਉਸ ਦੀ ਸਥਾਨ 'ਤੇ ਸਫਦਰ ਜੰਗ ਨੂੰ ਦਿੱਲੀ ਦਾ ਵਜ਼ੀਰ ਨਿਯੁਕਤ ਕਰ ਦਿੱਤਾ ਜਾਂਦਾ। ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ 'ਤੇ ਦੂਜਾ ਹਮਲਾ ਨਵੰਬਰ 1748 ਦੇ ਵਿੱਚ। ਹੁਣ ਪਹਿਲੇ ਹਮਲੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਹਾਰ ਜਾਂਦਾ ਮੀਰ ਮੰਨੂ ਤੋਂ, ਤਾਂ ਹੁਣ ਦੂਜਾ ਹਮਲਾ ਉਸਦੇ ਬਦਲੇ ਦੇ ਲਈ ਕਰਦਾ, ਆਪਣਾ ਬਦਲਾ ਲੈਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਹੈ ਹਮਲਾ ਕਰਦਾ ਨਵੰਬਰ 1748 ਦੇ ਵਿੱਚ।
ਤਾਂ ਅਹਿਮਦ ਸ਼ਾਹ ਅਬਦਾਲੀ ਚਨਾਬ ਨਦੀ ਦੇ ਜਿਹੜੇ ਸੱਜੇ ਕੰਢੇ ਆ ਸਥਾਨ ਹੈ ਇੱਕ ਕੋਪਰਾ, ਉਹ ਸਥਾਨ ਦੇ ਉੱਪਰ ਆਪਣਾ ਡੇਰਾ ਲਾ ਲੈਂਦਾ। ਤਾਂ ਦੂਜੀ ਤਰਫ ਖੱਬੇ ਕੰਢੇ ਮੀਰ ਮਨੂੰ ਸੌਧਰਾ ਨਾਮੀ ਸਥਾਨ 'ਤੇ ਆਪਣਾ ਡੇਰਾ ਲਾਉਂਦਾ। ਤਾਂ ਦੋਵੇਂ ਚਨਾਬ ਦੇ ਖੱਬੇ ਸੱਜੇ ਪਾਸੇ ਖੜ੍ਹੇ ਆ, ਆਪਣੇ ਡੇਰੇ ਲੱਗੇ ਹੋਏ ਇਹਨਾਂ ਦੇ। ਤਾਂ ਅਹਿਮਦ ਸ਼ਾਹ ਅਬਦਾਲੀ ਮੀਰ ਮਨੂੰ ਨੂੰ ਉਦੇਸ਼ ਭੇਜਦਾ, ਜੇਕਰ ਉਹ ਚਾਰ ਮਹਿਲ ਦਾ ਇਲਾਕਾ, ਚਾਰ ਮਹਿਲ ਜਿਹੜਾ ਮੇਨ ਉਸ ਸਮੇਂ ਕਹਿ ਦਈਏ ਆਪਾਂ ਜ਼ਿਲ੍ਹੇ ਦੇ ਤੌਰ 'ਤੇ ਮੇਨ ਇਲਾਕਾ ਸੀ, ਉਹ ਚਾਰ ਸਥਾਨ ਸੀਗੇ ਸਿਆਲਕੋਟ, ਗੁਜਰਾਤ, ਪਸਰੂਰ ਅਤੇ ਔਰੰਗਾਬਾਦ। ਇਹ ਮਹੱਤਵਪੂਰਨ ਇਲਾਕਾ ਸੀ ਜਿੱਥੋਂ ਸਭ ਤੋਂ ਵੱਧ ਭੂਮੀ ਕਰ ਜਿਹੜਾ ਉਸ ਸਮੇਂ ਪ੍ਰਾਪਤ ਹੁੰਦਾ ਸੀ। ਤਾਂ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਕਿ ਜੇਕਰ ਇਹ ਚਾਰ ਇਲਾਕਿਆਂ ਦਾ ਭੂਮੀ ਕਰ ਉਹ ਮੈਨੂੰ ਦੇ ਦੇਵੇ ਤਾਂ ਮੀਰ ਮਨੂੰ ਨੇ ਜੀ ਇਸ 'ਤੇ ਸਮਝੌਤਾ ਕਰਨਾ ਹੀ ਉਚਿਤ ਸਮਝਿਆ। ਉਸ ਨੇ ਮੌਲਵੀ ਅਬਦੁੱਲਾ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਭੇਜਿਆ ਕਿ ਉਹ ਚਾਰੇ ਇਲਾਕੇ ਜਿਹੜੇ ਚਾਰ ਮਹਿਲ ਦਾ ਇਲਾਕਾ ਸਿਆਲਕੋਟ, ਗੁਜਰਾਤ, ਪਸਰੂਰ ਅਤੇ ਔਰੰਗਾਬਾਦ, ਤਾਂ ਉਹਨਾਂ ਦਾ ਜਿਹੜਾ ਲਗਾਨ 14 ਲੱਖ ਰੁਪਈਆ ਇਕੱਠਾ ਹੁੰਦਾ ਉਸ ਨੂੰ ਦੇਣਾ ਸਵੀਕਾਰ ਕਰ ਲੈਂਦਾ। ਤਾਂ ਇਸ ਨਾਲ ਕੂਟਨੀਤਿਕ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੀ ਜਿੱਤ ਹੁੰਦੀ ਹੈ। ਤਾਂ ਜਿਸ ਨੂੰ ਕਹਿ ਦਈਏ ਅਸੀਂ ਭਾਰਤ ਦੀ ਪੂਰੀ ਰੋਟੀ ਦੇ ਵਿੱਚ ਇੱਕ ਉਸ ਨੂੰ ਟੁਕੜਾ 1748 ਦੇ ਵਿੱਚ ਪ੍ਰਾਪਤ ਹੋ ਜਾਂਦਾ। ਤਾਂ ਮੀਰ ਮਨੂੰ ਨੂੰ ਜਿਹੜਾ ਆਪਣੇ ਨਾਸਰ ਖਾਂ ਨੂੰ ਉਸ ਚਾਰ ਮਹਿਲ ਦਾ ਇਲਾਕਾ ਜਿਹੜਾ ਅਬਦਾਲੀ ਨੂੰ ਦੇਣਾ ਉਸ ਦਾ ਲਗਾਨ, ਤਾਂ ਨਾਸਰ ਖਾਂ ਨੂੰ ਉਸ ਦਾ ਗਵਰਨਰ ਨਿਯੁਕਤ ਕਰ ਦਿੰਦਾ। ਅਤੇ ਅਹਿਮਦ ਸ਼ਾਹ ਅਬਦਾਲੀ ਆਪਣੇ ਅਫਗਾਨਿਸਤਾਨ ਦੇ ਵਿੱਚ ਵਾਪਸ ਚਲਾ ਜਾਂਦਾ। ਤਾਂ ਅਹਿਮਦ ਸ਼ਾਹ ਅਬਦਾਲੀ ਦਾ ਤੀਸਰਾ ਹਮਲਾ ਨਵੰਬਰ 1751 ਦੇ ਵਿੱਚ। ਹੁਣ ਦੂਸਰਾ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਪਹਿਲੇ ਹਮਲੇ ਦੀ ਬਦਲਾ ਲੈਣ ਲਈ ਕੀਤਾ। ਤਾਂ ਤੀਜੇ ਹਮਲੇ ਦਾ ਕਾਰਨ ਸੀਗਾ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਮੀਰ ਮਨੂੰ ਨੇ ਲਗਾਨ ਨਹੀਂ ਭੇਜਿਆ। ਜਿਹੜਾ ਦੂਜੇ ਹਮਲੇ ਦੇ ਵਿੱਚ ਸਮਝੌਤਾ ਹੋਇਆ ਸੀ, ਚਾਰ ਮਹਿਲ ਦਾ ਇਲਾਕਾ ਸੀਗਾ, ਉਸਦਾ ਲਗਾਨ ਜਿਹੜਾ 14 ਲੱਖ ਦੇਣਾ ਸੀ ਉਹ ਨਹੀਂ ਭੇਜਿਆ। ਤਾਂ ਉਸ ਦਾ ਵੀ ਕੀ ਕਾਰਨ ਸੀਗਾ? ਤਾਂ ਦਿੱਲੀ ਦਾ ਜਿਹੜਾ ਵਜ਼ੀਰ ਸਫਦਰ ਜੰਗ ਸੀ, ਉਸ ਦੇ ਉਕਸਾਉਣ 'ਤੇ ਜਿਹੜਾ ਨਾਸਰ ਖਾਂ ਚਾਰ ਮਹਿਲ ਦਾ ਸੂਬੇਦਾਰ ਬਣਾਇਆ ਸੀ ਜਿਹਨੂੰ ਮੀਰ ਮਨੂੰ ਨੇ, ਅਤੇ ਸ਼ਾਹ ਨਵਾਜ਼ ਖਾਂ ਜਿਸ ਨੂੰ ਹਟਾਇਆ ਗਿਆ ਸੀ, ਮੀਰ ਮਨੂੰ ਨੂੰ ਲਾ ਦਿੱਤਾ ਗਿਆ ਸੀ ਲਾਹੌਰ ਦਾ ਸੂਬੇਦਾਰ। ਤਾਂ ਇਹ ਦੋਵੇਂ ਜਾਣੇ ਸ਼ਾਹ ਨਵਾਜ਼ ਖਾਂ ਅਤੇ ਨਾਸਰ ਖਾਂ ਮੀਰ ਮਨੂੰ ਦੇ ਵਿਰੁੱਧ ਵਿਦਰੋਹ ਕਰ ਦਿੰਦੇ ਆ। ਤਾਂ ਮੀਰ ਮਨੂੰ ਨੇ ਨਾਸਰ ਖਾਂ ਨੂੰ ਹਰਾ ਕੇ ਦਿੱਲੀ ਭੇਜਤਾ, ਦਿੱਲੀ ਵੱਲ ਭੱਜ ਗਿਆ, ਅਤੇ ਦੂਸਰਾ ਸ਼ਾਹ ਨਵਾਜ਼ ਖਾਂ ਜਿਹੜਾ ਉਹ ਮਾਰਿਆ ਜਾਂਦਾ। ਤਾਂ ਇਸ ਕਰਕੇ ਅਸ਼ਾਂਤੀ ਫੈਲ ਗਈ ਅਤੇ ਜਿਹੜਾ ਲਗਾਨ ਸੀ ਉਹ ਇਕੱਠਾ ਨਹੀਂ ਹੋ ਸਕਿਆ, ਅਤੇ ਮੀਰ ਮਨੂੰ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਲਗਾਨ ਨਹੀਂ ਭੇਜ ਸਕਿਆ। ਅਤੇ ਇਸ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ ਫਿਰ ਤੀਸਰਾ ਹਮਲਾ ਕੀਤਾ 1751 ਦੇ ਵਿੱਚ। ਤਾਂ ਨਵੰਬਰ 1751 ਵਿੱਚ ਫਿਰ ਮੀਰ ਮਨੂੰ ਨੇ ਵੀ ਆਪਣੇ ਦੀਵਾਨ ਕੌੜਾ ਮੱਲ ਅਤੇ ਅਦੀਨਾ ਬੇਗ ਦੀ ਮਦਦ ਨਾਲ ਜਿਹੜੇ 20,000 ਸੈਨਿਕਾਂ ਦੀ ਤਿਆਰੀ ਕੀਤੀ ਅਬਦਾਲੀ ਦਾ ਮੁਕਾਬਲਾ ਕਰਨ ਵਾਸਤੇ। ਤਾਂ ਇਹ ਲਾਹੌਰ ਦੇ ਵਿੱਚੋਂ ਬਹੁਤ ਸਾਰੇ ਪਰਿਵਾਰ ਉਸ ਸਮੇਂ ਛੱਡ ਕੇ ਚਲੇ ਗਏ ਲੜਾਈ ਦੇ ਡਰ ਤੋਂ। ਤਾਂ 4 ਮਹੀਨਿਆਂ ਤੱਕ ਲਾਹੌਰ ਦਾ ਘੇਰਾ ਜਿਹੜਾ ਰੱਖਿਆ ਅਹਿਮਦ ਸ਼ਾਹ ਅਬਦਾਲੀ ਨੇ। ਮੀਰ ਮਨੂੰ ਨੂੰ ਦਿੱਲੀ ਦੇ ਵਜ਼ੀਰ ਸਫਦਰ ਜੰਗ ਵੱਲੋਂ ਕੋਈ ਸਹਾਇਤਾ ਨਾ ਪੁੱਜੀ। ਉਸ ਸਮੇਂ ਤੱਕ ਜਿਹੜੀ ਭੋਜਨ ਸਮੱਗਰੀ ਵੀ ਸੀ ਉਹ ਵੀ ਖਤਮ ਹੋ ਚੁੱਕੀ ਸੀ। ਮਜਬੂਰ ਹੋ ਕੇ ਮੀਰ ਮਨੂੰ ਨੂੰ ਆਪਣੇ ਕਿਲ੍ਹੇ ਤੋਂ ਬਾਹਰ ਆਉਣਾ ਪਿਆ। ਤਾਂ 6 ਮਾਰਚ 1752 ਨੂੰ ਲਾਹੌਰ ਦੇ ਨੇੜੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮਨੂੰ ਦੀਆਂ ਫੌਜਾਂ ਵਿਚਕਾਰ ਜਿਹੜੀ ਲੜਾਈ ਭਿਆਨਕ ਲੜਾਈ ਹੁੰਦੀ ਹੈ, ਅਤੇ ਇਹਦੇ ਵਿੱਚ ਮੀਰ ਮਨੂੰ ਦਾ ਅਹਿਮਦ ਦੀਵਾਨ ਕੌੜਾ ਮੱਲ ਜਿਹੜਾ ਮਾਰਿਆ ਜਾਂਦਾ, ਅਤੇ ਮੀਰ ਮਨੂੰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਅਤੇ ਅਗਲੇ ਦਿਨ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਮੀਰ ਮਨੂੰ ਨੂੰ ਪੇਸ਼ ਕੀਤਾ ਜਾਂਦਾ, ਅਤੇ ਮੀਰ ਮਨੂੰ ਅਤੇ ਅਹਿਮਦ ਸ਼ਾਹ ਅਬਦਾਲੀ ਵਿਚਕਾਰ ਇੱਕ ਬਹੁਤ ਹੀ ਵਧੀਆ ਰੌਚਕ ਗੱਲਬਾਤ ਹੁੰਦੀ ਹੈ। ਤਾਂ ਜਿਸ ਦਾ ਮੀਰ ਮਨੂੰ ਨਿਡਰਤਾ ਨਾਲ ਜਵਾਬ ਦਿੰਦਾ। ਤਾਂ ਉਹ ਗੱਲਬਾਤ ਕੀ ਸੀ? ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ ਮੀਰ ਮਨੂੰ ਨੂੰ, ਜੇਕਰ ਤੁਸੀਂ ਮੈਨੂੰ ਕੈਦ
ਕਰ ਲੈਂਦੇ ਤਾਂ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਦੇ। ਤਾਂ ਮੀਰ ਮਨੂੰ ਦਾ ਜਵਾਬ ਸੀ, ਮੈਂ ਤੁਹਾਡਾ ਸਿਰ ਵੱਢ ਕੇ ਆਪਣੇ ਸੁਆਮੀ ਕੋਲ ਭੇਜ ਦਿੰਦਾ। ਤਾਂ ਫਿਰ ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ, ਅੱਜ ਤੁਸੀਂ ਮੇਰੀ ਕੈਦ ਦੇ ਵਿੱਚੋਂ ਅਤੇ ਮੈਂ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਾਂ। ਅਤੇ ਮੀਰ ਮਨੂੰ ਨੇ ਵਧੀਆ ਜਵਾਬ ਦਿੱਤਾ ਉਸਦਾ। ਤਾਂ ਉਹਨਾਂ ਨੇ ਕਿਹਾ, ਜੇਕਰ ਤੁਸੀਂ ਵਪਾਰੀ ਹੋ ਤਾਂ ਧਨ ਲੈ ਕੇ ਮੈਨੂੰ ਛੱਡ ਦਿਓ, ਜੇ ਤੁਸੀਂ ਕਸਾਈ ਹੋ ਤਾਂ ਮੈਨੂੰ ਮਾਰ ਦਿਓ, ਅਤੇ ਜੇਕਰ ਤੁਸੀਂ ਬਾਦਸ਼ਾਹ ਹੋ ਤਾਂ ਆਪਣਾ ਕਿਰਪਾ ਪਾਤਰ ਬਣਾ ਕੇ ਖਿਮਾ ਕਰ ਦਿਓ। ਤਾਂ ਮੀਰ ਮਨੂੰ ਦੇ ਜਵਾਬ ਤੋਂ ਪ੍ਰਭਾਵਿਤ ਹੋ ਕੇ ਅਹਿਮਦ ਸ਼ਾਹ ਅਬਦਾਲੀ ਨੇ ਉਸਨੂੰ ਮਾफ़ ਕਰ ਦਿੱਤਾ ਅਤੇ ਉਸਨੂੰ ਇੱਕ ਉਪਾਧੀ ਵੀ ਦਿੱਤੀ, ਫਰਜ਼ੰਦ ਖਾਨ ਬਹਾਦਰ ਰੁਸਤਮ ਏ ਹਿੰਦ। ਫਰਜ਼ੰਦ ਖਾਨ ਬਹਾਦਰ ਰੁਸਤਮ ਏ ਹਿੰਦ ਦੀ ਪਦਵੀ ਦੇ ਕੇ ਉਸਨੂੰ ਖਿਮਾ ਕਰ ਦਿੱਤਾ ਅਤੇ ਉਸਨੂੰ ਆਪਣੇ ਵੱਲੋਂ 1752 ਦੇ ਵਿੱਚ ਆਪਣੇ ਵੱਲੋਂ ਜਿਹੜਾ ਸੂਬੇਦਾਰ ਫਿਰ ਲਾਹੌਰ ਦਾ ਬਣਾ ਦਿੱਤਾ ਜਾਂਦਾ। ਹੁਣ ਮੁਗਲਾਂ ਦਾ ਰਾਜ ਸੀ ਜਿਹੜਾ ਪੰਜਾਬ ਦੇ ਵਿੱਚੋਂ, ਉਹ 1752 ਦੇ ਵਿੱਚ ਖਤਮ ਹੋ ਜਾਂਦਾ। ਮੀਰ ਮਨੂੰ 1752 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਸੂਬੇਦਾਰ ਨਿਯੁਕਤ ਹੋਇਆ। ਅਹਿਮਦ ਸ਼ਾਹ ਅਬਦਾਲੀ ਦਾ ਚੌਥਾ ਹਮਲਾ 1756-57 ਦੇ ਵਿੱਚ। ਫਿਰ ਕੀ ਹੁੰਦਾ ਜੀ, ਨਵੰਬਰ 1753 ਦੇ ਵਿੱਚ ਮੀਰ ਮਨੂੰ ਦੀ ਮੌਤ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਫਿਰ ਅਰਾਜਕਤਾ ਫੈਲ ਜਾਂਦੀ ਹੈ। ਤਾਂ 5 ਸਾਲ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਵਿਦਰੋਹ ਹੁੰਦੇ ਉਸ ਸਮੇਂ। ਮੋਮਿਨ ਖਾਂ ਅਤੇ ਉਸ ਤੋਂ ਬਾਅਦ ਮੀਰ ਮਨੂੰ ਦੀ ਵਿਧਵਾ ਮੁਗਲਾਨੀ ਬੇਗਮ ਪੰਜਾਬ ਦੀ ਸੂਬੇਦਾਰ ਬਣਦੀ ਹੈ। ਤਾਂ 1756 ਦੇ ਵਿੱਚ, ਮਾਰਚ 1756 ਦੇ ਵਿੱਚ ਦਿੱਲੀ ਦਾ ਵਜ਼ੀਰ ਅਮਾਦ ਉਲ ਮੁਲਕ ਨੇ ਮੁਗਲਾਨੀ ਬੇਗਮ ਜਿਹੜੀ ਸੂਬੇਦਾਰ ਹੁੰਦੀ ਪੰਜਾਬ ਦੀ, ਉਹਨੂੰ ਬੰਦੀ ਬਣਾ ਲੈਂਦਾ ਅਤੇ ਉਹਦੀ ਥਾਂ 'ਤੇ ਅਦੀਨਾ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਹੈ। ਤਾਂ ਮੁਗਲਾਨੀ ਬੇਗਮ ਫਿਰ ਦਿੱਲੀ ਵਿੱਚ ਆਪਣੇ ਕੈਦਖਾਨੇ ਤੋਂ ਅਹਿਮਦ ਸ਼ਾਹ ਅਬਦਾਲੀ ਨੂੰ ਪੱਤਰ ਲਿਖਦੀ ਹੈ। ਤਾਂ ਫਿਰ ਅਹਿਮਦ ਸ਼ਾਹ ਅਬਦਾਲੀ 26 ਨਵੰਬਰ 1756 ਨੂੰ ਸਿੰਧ ਨਦੀ ਨੂੰ ਪਾਰ ਕਰਕੇ 20 ਦਸੰਬਰ ਨੂੰ ਲਾਹੌਰ 'ਤੇ ਹਮਲਾ ਕਰ ਦਿੰਦਾ। ਤਾਂ ਅਬਦਾਲੀ ਦੇ ਆਉਣ ਦਾ ਸਮਾਚਾਰ ਸੁਣਦੇ ਹੀ ਅਦੀਨਾ ਬੇਗ ਲਾਹੌਰ ਦਾ ਜਿਹੜਾ ਗਵਰਨਰ ਹੁੰਦਾ ਭੱਜ ਜਾਂਦਾ। ਤਾਂ 28 ਜਨਵਰੀ 1757 ਨੂੰ ਬਿਨਾਂ ਕਿਸੇ ਵਿਰੋਧ ਦੇ ਦਿੱਲੀ ਪਹੁੰਚ ਜਾਂਦਾ ਅਬਦਾਲੀ। ਤਾਂ 1 ਮਹੀਨੇ ਤੱਕ ਸੈਨਿਕਾਂ ਨੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਲੁੱਟਮਾਰ ਕੀਤੀ। ਅਤੇ ਇਸ ਸਮੇਂ ਅਹਿਮਦ ਸ਼ਾਹ ਅਬਦਾਲੀ ਨੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਕਿ ਉਸ ਸਮੇਂ ਮਰ ਜਾਂਦਾ, ਤਾਂ ਉਸ ਦੀ 16 ਸਾਲਾਂ ਦੀ ਪੁੱਤਰੀ ਦੇ ਨਾਲ ਵਿਆਹ ਕਰ ਲੈਂਦਾ। ਅਤੇ ਉਸਦਾ ਅਹਿਮਦ ਸ਼ਾਹ ਅਬਦਾਲੀ ਦਾ 11 ਸਾਲਾਂ ਦਾ ਪੁੱਤਰ ਤੈਮੂਰ ਸ਼ਾਹ ਵੀ ਨਾਲ ਹੁੰਦਾ। ਤਾਂ ਉਸ ਦਾ ਵਿਆਹ ਜਿਹੜਾ ਉਸ ਸਮੇਂ ਆਲਮਗੀਰ ਦੂਜਾ ਬਾਦਸ਼ਾਹ ਦਿੱਲੀ ਦਾ, ਤਾਂ ਉਸ ਦੀ ਪੁੱਤਰੀ ਦੇ ਨਾਲ ਕਰ ਦਿੱਤਾ ਜਾਂਦਾ। ਤਾਂ ਅਬਦਾਲੀ ਨੇ ਕਾਬਲ ਵਾਪਸ ਜਾਣ ਤੋਂ ਪਹਿਲਾਂ ਇਮਾਦ ਉਲ ਮੁਲਕ ਨੂੰ ਹੀ ਦਿੱਲੀ ਦਾ ਵਜ਼ੀਰ ਬਣਾ ਦਿੱਤਾ ਅਤੇ ਨਜੀਬ ਉਦ ਦੌਲਾ ਨੂੰ ਮੀਰ ਬਖਸ਼ੀ ਬਣਾ ਦਿੱਤਾ। ਤਾਂ ਜਿਹੜਾ 11 ਸਾਲ ਦਾ ਪੁੱਤਰ ਤੈਮੂਰ ਸ਼ਾਹ ਸੀ, ਉਸ ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਜਾਂਦਾ ਅਤੇ ਉਸ ਦੀ ਰੱਖਿਆ ਵਾਸਤੇ ਨਾਲ ਉਸ ਦੇ ਜਹਾਨ ਖਾਂ ਨੂੰ ਨਾਇਬ ਨਿਯੁਕਤ ਕੀਤਾ ਜਾਂਦਾ। ਤਾਂ ਜਦੋਂ ਮੀਰ ਮਨੂੰ ਤੋਂ ਬਾਅਦ ਇਹ ਸਾਰੀ ਉਥਲ ਪੁਥਲ ਹੁੰਦੀ ਆ ਤਾਂ ਅਹਿਮਦ ਸ਼ਾਹ ਅਬਦਾਲੀ ਵਾਪਸ ਚਲਾ ਜਾਂਦਾ ਕਾਬਲ। ਤਾਂ ਫਿਰ ਸਿੱਖ ਅਹਿਮਦ ਸ਼ਾਹ ਅਬਦਾਲੀ ਦੇ ਕਈ ਸਥਾਨਾਂ 'ਤੇ ਜਿਹੜਾ ਉਹਦਾ ਖਜ਼ਾਨਾ ਸੀ ਜਾਂ ਲੁੱਟ ਦਾ ਮਾਲ ਕਹਿ ਦਈਏ, ਤਾਂ ਉਸ ਨੂੰ ਲੁੱਟਦੇ ਹੈ। ਅਤੇ ਇਸ ਤਰ੍ਹਾਂ ਦੇਖਿਆ ਸੀ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੇ ਕਾਰਨ ਅਤੇ ਪਹਿਲੇ 4 ਹਮਲੇ। ਤਾਂ ਨੈਕਸਟ ਵੀਡੀਓ ਜਿਹੜੀ ਅਹਿਮਦ ਸ਼ਾਹ ਅਬਦਾਲੀ ਦਾ 5ਵਾਂ ਹਮਲਾ ਜਾਂ ਕਹਿ ਦਈਏ ਅਸੀਂ ਪਾਣੀਪਤ ਦੀ ਤੀਸਰੀ ਲੜਾਈ ਹੋਵੇ। ਥੈਂਕਸ, ਹੈਵ ਏ ਨਾਈਸ ਡੇ।